ਅਫਗਾਨਿਸਤਾਨ ਅਤੇ ਤਾਲਿਬਾਨ ਦੇ ਵਿੱਚ ਚੱਲ ਰਹੇ ਟਾਕਰਿਆਂ ਤੋਂ ਬਾਅਦ ਹੁਣ ਕੁਝ ਸਿੱਖ ਸ਼ਰਧਾਲੂ ਦਿੱਲੀ ਏਅਰਪੋਰਟ ਉੱਤੇ ਉਤਰੇ ਹਨ ਅਤੇ ਕੁਝ ਅੱਜ ਵੀ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ। ਉਸ ਤੇ ਬੋਲਦੇ ਹੋਇਆ ਬੀਬੀ ਜਾਗੀਰ ਕੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹਨ, ਉਹਨਾਂ ਨੇ ਕਿਹਾ ਹੈ ਕਿ ਅਸੀਂ ਜੋ ਵੀ ਵਿਅਕਤੀ ਅਫਗਾਨਿਸਤਾਨ ਤੋਂ ਭਾਰਤ ਪਹੁੰਚੇਗਾ ਉਸ ਦੇ ਰਹਿਣ ਸਹਿਣ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ। ਬੀਬੀ ਜਾਗੀਰ ਕੌਰ ਨੇ ਬੋਲਦੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਸਾਡੀ ਨਵੀਂ ਸਰਾਂ ਬਣੀ ਹੈ ਤੇ ਉਹ ਸਾਰੀ ਸਰਾਵਾਂ ਜਿਸ ਵਿੱਚ ਉਹਨਾਂ ਦੇ ਰਹਿਣ ਸਹਿਣ ਦੀ ਸਾਰਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜੋ ਫਸੇ ਹੋਏ ਸਾਡੇ ਸਿੱਖ ਵੀਰ ਹਨ ਉਹਨਾਂ ਨੂੰ ਵੀ ਇੱਥੇ ਲਿਆਉਣਾ ਚਾਹੀਦਾ ਹੈ ਤਾਂ ਉਹਨਾਂ ਦਾ ਜੀਵਨ ਸੁਰੱਖਿਅਤ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੇ ਸਥਾਨ ਦੇ ਉੱਤੇ ਜਦੋਂ ਗੁਰੂ ਹਰਰਾਏ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਉਸ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਾਸਤੇ ਜਾਣ ਵਾਸਤੇ ਹੁਕਮ ਲਾਇਆ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਪਣੇ ਨਾਨਕੇ ਘਰ ਆ ਗਏ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ ਤੇ ਉਹਨਾਂ ਨੇ ਸਮਾਉਣ ਤੋਂ ਪਹਿਲਾਂ ਦੋ ਸ਼ਬਦ ਕਹੇ। ਸੰਗਤ ਨੇ ਪੁੱਛਿਆ ਕਿ ਅੱਗੇ ਕਿਹਦੇ ਪੱਲੇ ਲਾ ਸਕਦੇ ਹੋ, ਕਿਹਦੇ ਲਾ ਚੱਲੇ ਹੋ, ਕਿਹਦੇ ਲੜ ਲਾ ਕੇ ਚੱਲੇ ਹੋ। ਉਹਨਾਂ ਨੇ ਕਿਹਾ ਕਿ ਗੁਰੂ ਬੱਸੇ ਜੇ ਗ੍ਰਾਮ ਬਕਾਲੇ, ਗੁਰੂ ਬਾਬੇ ਬਕਾਲਾ, ਮਤਲਬ ਕਹਿਣ ਤੋਂ ਬਾਅਦ ਪਿੰਡ ਬਕਾਲੇ ਦੇ ਵਿੱਚ ਰਹਿੰਦੇ। ਉਸ ਵੇਲੇ ਜਦੋਂ ਇਹ ਸੰਦੇਸ਼ ਸਾਰਿਆਂ ਵਿੱਚ ਚਲਾ ਗਿਆ ਤੇ ਉਸ ਵੇਲੇ ਬਹੁਤ ਸਾਰੇ ਗੁਰੂ ਡੰਮ ਵਾਲੇ ਇੱਥੇ ਆ ਕੇ ਬੈਠ ਗਏ। ਦੂਜੇ ਪਾਸੇ ਬਾਬਾ ਮੱਖਣ ਸ਼ਾਹ ਲਬਾਣਾ, ਜਿਹਨੇ ਸਮੁੰਦਰੀ ਬੇੜੇ ਚੱਲਦੇ ਸਨ, ਉਹਦਾ ਬੇੜਾ ਜਿਹੜਾ ਸੀਗਾ ਉਹ ਗੋਤੇ ਖਾਣ ਲੱਗ ਪਿਆ। ਭਾਵ ਸਮੁੰਦਰ ਦੇ ਵਿੱਚ ਉਹਦਾ ਬਹੁਤ ਵੱਡਾ ਤੂਫਾਨ ਆ ਗਿਆ ਤੇ ਬੜੀ ਦੁਬਿਧਾ ਵਿੱਚ ਫਸ ਗਿਆ, ਬਹੁਤ ਵੱਡੀ ਤਕਲੀਫ 'ਚ ਆ ਗਿਆ। ਉਹਨੇ ਅਰਦਾਸ ਕੀਤੀ ਧੰਨ ਗੁਰੂ ਨਾਨਕ ਦੇ ਘਰ ਵਿੱਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਦੇ ਉੱਤੇ। ਜਿਸ ਵੇਲੇ ਅਰਦਾਸ ਕੀਤੀ ਤੇ ਗੁਰੂ ਨੇ ਕਿਰਪਾ ਕੀਤੀ, ਬੇੜਾ ਬੰਨੇ ਲੱਗ ਗਿਆ। ਅਰਦਾਸ ਵਿੱਚ ਸਿੱਖ ਹਮੇਸ਼ਾ ਹੀ ਆਸਥਾ ਰੱਖਦਾ ਕਿ ਮੈਂ ਆਪਣਾ ਦਸਵੰਧ ਜਿਹੜਾ ਉਹ ਗੁਰੂ ਦੇ ਭੇਟਾ ਕਰਾਂਗਾ। ਜਦੋਂ ਸਮਾਂ ਆਇਆ, ਦਿੱਲੀ ਵਿੱਚ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਬਕਾਲੇ ਵਿੱਚ ਹੈ। ਉਹ ਇੱਧਰ ਨੂੰ ਚੱਲ ਪਿਆ। ਇੱਥੇ ਆ ਕੇ ਕੀ ਦੇਖਦਾ ਕਿ ਇੱਥੇ ਬਹੁਤ ਸਾਰੀਆਂ 22 ਮੰਜੀਆਂ ਡੱਠੀਆਂ ਹੋਈਆਂ, ਜਿਹਦੇ ਵਿੱਚ ਧੀਰਮਲ ਜਿਹੜਾ ਸੀਗਾ ਸਭ ਤੋਂ ਵੱਡਾ, ਆਪਣੇ ਆਪ ਨੂੰ ਗੁਰੂ ਦਾ ਸੁਪੁੱਤਰ ਹੋਣ ਕਰਕੇ ਉਹ ਆਪਣੇ ਆਪ ਨੂੰ ਦਾਅਵੇਦਾਰ ਕਹਾਉਂਦਾ ਸੀ। ਜਦੋਂ ਉਹਦੀ ਮਨ ਦੀ ਤਸੱਲੀ ਨਾ ਹੋਈ, ਉਹ ਥਾਂ ਥਾਂ 'ਤੇ ਉੱਤੇ ਗਿਆ, ਪਰ ਕਿਉਂਕਿ ਉਹ ਅਰਦਾਸ ਕਰਕੇ ਆਇਆ ਸੀ ਕਿ ਮੇਰੀ ਤਸੱਲੀ ਹੋਣੀ ਜ਼ਰੂਰੀ ਹੈ। ਗੁਰੂ ਸੱਚਾ ਕਿਹੜਾ ਉਹਨੂੰ ਪ੍ਰਗਟ ਕਰਨਾ ਉਹਦੇ ਹਿੱਸੇ ਵਿੱਚ ਆਇਆ। ਜੋ ਤਸੱਲੀ ਨਹੀਂ ਹੋਈ ਤੇ ਲਾਸਟ ਵਿੱਚ ਉਹਨੇ ਇਹ ਪੁੱਛ ਕੀਤੀ ਕਿ ਹੋਰ ਵੀ ਕੋਈ ਹੈ, ਤਾਂ ਉਸ ਵੇਲੇ ਦੇ ਸੇਵਕਾਂ ਨੇ ਦੱਸਿਆ ਕਿ ਇੱਥੇ ਇੱਕ ਤੇਗਾ ਨਾਮ ਦਾ ਵੀ ਭੋਰੇ ਵਿੱਚ ਬੈਠਾ ਹੋਇਆ, ਉੱਥੇ ਜਾ ਕੇ ਤੂੰ ਨਮਸਕਾਰ ਕਰ ਸਕਦਾ। ਖੈਰ ਉੱਥੇ ਪਹੁੰਚੇ। ਉੱਥੇ ਜਾ ਕੇ ਜਦੋਂ ਉਹਨਾਂ ਨੇ ਦਰਸ਼ਨ ਕੀਤੇ ਤਾਂ ਉਸ ਵੇਲੇ ਉਹਦੀ ਤਸੱਲੀ ਹੋ ਗਈ। ਜਿਸ ਵੇਲੇ ਗੁਰੂ ਸਾਹਿਬ ਨੇ ਕਿਹਾ ਕਿ ਭੇਟਾ ਤੂੰ ਕੁਝ ਅਰਦਾਸ ਕੀਤੀ ਸੀ, ਲੇਕਿਨ ਤੂੰ ਆਪਣੀ ਅਰਦਾਸ ਪੂਰੀ ਨਹੀਂ ਕਰ ਰਿਹਾ, ਕਿਉਂਕਿ ਗੱਲ ਪੈਸੇ ਦੀ ਨਹੀਂ ਸੀ, ਗੱਲ ਉਹਦੇ ਵਿਸ਼ਵਾਸ ਦੀ ਸੀ। ਉਹ ਅਰਦਾਸ ਕਰਕੇ ਆਇਆ ਸੀ ਕਿ ਮੇਰਾ ਵਿਸ਼ਵਾਸ ਜਿਹੜਾ ਉਹ ਕਿੱਦਾਂ ਪੂਰਾ ਹੋਏਗਾ। ਉਹਦੀ ਜਿਹੜੀ ਆਸਥਾ ਜਿਹੜੀ ਸੀ ਉਹ ਜੁੜੀ ਸੀ ਕਿ ਗੁਰੂ ਸੱਚਾ ਹੋਣਾ ਚਾਹੀਦਾ। ਜਦੋਂ ਪਖੰਡੀ ਗੁਰੂ ਵੇਖੇ, ਵੱਖ-ਵੱਖ ਵੇਖੇ, ਉਹ ਸਾਰੇ ਖੁਸ਼ ਹੋਏ ਗਏ 5-5 ਭੇਟਾਂ ਦੇ ਉੱਤੇ, 5-5 ਮੋਹਰਾਂ ਦੇ ਉੱਤੇ। ਪਰ ਗੁਰੂ ਦੀ ਜਿਹੜੀ ਬਾਬਾ ਮੱਖਣ ਸ਼ਾਹ ਲਬਾਣੇ ਦੀ ਜਿਹੜੀ ਤਸੱਲੀ ਸੀ ਉਹ ਕੇਵਲ ਜਾ ਕੇ ਉੱਥੇ ਹੋਈ। ਉਹਨਾਂ ਨੇ ਕੋਠੇ ਚੜ੍ਹ ਕੇ ਇਹ ਬਹੁਤ ਉੱਚੀ ਆਵਾਜ਼ ਵਿੱਚ ਕਿਹਾ, ਸਾਚਾ ਗੁਰੂ ਲਾਧੋਰੇ, ਸਾਚਾ ਗੁਰੂ ਲਾਧੋਰੇ। ਇੱਥੇ ਬਹੁਤ ਸਾਰੀਆਂ ਬਾਅਦ ਵਿੱਚ ਘਟਨਾਵਾਂ ਹੋਈਆਂ, ਜਿੱਥੇ ਧੀਰਮਲ ਵਰਗੇ ਨੇ ਗੋਲੀਆਂ ਵੀ ਚਲਾਈਆਂ, ਜਿੱਥੇ ਸਾਰਾ ਸਮਾਨ ਬਾਬਾ ਮੱਖਣ ਸ਼ਾਹ ਲਬਾਣਾ ਧੀਰਮਲ ਦੇ ਕੋਲੋਂ ਚੁੱਕ ਕੇ ਵੀ ਲੈ ਕੇ ਆ ਗਏ, ਲੇਕਿਨ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰਾ ਸਮਾਨ ਵਾਪਸ ਵੀ ਮੁੜਵਾਇਆ ਔਰ ਇਹ ਵੀ ਕਿਹਾ ਕਿ ਨਹੀਂ, ਆਪਾਂ ਗੁਰੂ ਘਰ ਦੇ ਵਿੱਚੋਂ ਕਿਸੇ ਨੂੰ ਸਜ਼ਾ ਨਹੀਂ ਦੇਣੀ, ਅਸੀਂ ਮਾफ़ ਹੀ ਕਰਨਾ ਸਿੱਖਿਆ ਹੋਇਆ ਤੇ ਉਹੀ ਸਿਖਾਉਣਾ। ਇੱਥੋਂ ਸੰਦੇਸ਼ ਹੀ ਜਿਹੜਾ ਉਹ ਮਾफ़ ਕਰਨ ਦਾ। ਸੋ ਮੈਂ ਸਮਝਦੀ ਹਾਂ ਕਿ ਇਸ ਦਿਹਾੜੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਕਾਲਾ ਦੀ ਪਵਿੱਤਰ ਸਥਾਨ ਦੇ ਉੱਤੇ ਜੋ ਸਾਚਾ ਗੁਰੂ ਲਾਧੋਰੇ ਦੇ ਦਿਵਸ ਦੇ ਨੂੰ ਸਮਰਪਿਤ ਕਰਕੇ ਇਹ ਦਿਹਾੜਾ ਮਨਾਇਆ ਜਾਂਦਾ, ਕਿਉਂਕਿ ਇਹ ਕੁਦਰਤੀ ਤੌਰ ਦੇ ਉੱਤੇ ਪਰਮਾਤਮਾ ਵੱਲੋਂ ਹੀ ਉਸ ਦਿਨ ਦਾ ਦਿਹਾੜਾ ਜਿਹੜਾ ਸੀ ਸਾਵਣ ਦੀ ਪੂਰਨਮਾਸ਼ੀ ਦਾ ਦਿਹਾੜਾ ਸੀ। ਸੋ ਸਾਵਣ ਦੀ ਪੂਰਨਮਾਸ਼ੀ ਦਾ ਦਿਹਾੜਾ ਹੋਣ ਕਰਕੇ ਇਸ ਦਿਹਾੜੇ ਦੇ ਉੱਤੇ ਇਸ ਨੂੰ ਸਾਚਾ ਗੁਰੂ ਲਾਧੋਰੇ ਦੇ ਰੂਪ ਵਿੱਚ ਮਨਾਇਆ ਜਾਂਦਾ। ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਹੈ ਤੇ ਨਾਲ
ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਜੋ ਤੇਰੇ ਦਰ ਤੇ ਆਵੇ ਉਹਨੂੰ ਐਸੀ ਅੱਖ ਦੇ ਕਿ ਬਾਬਾ ਮੱਖਣ ਸ਼ਾਹ ਲਬਾਣੇ ਵਾਂਗੂ ਉਹ ਹਮੇਸ਼ਾ ਹੀ ਕੇਵਲ ਤੇ ਕੇਵਲ ਸੱਚੇ ਗੁਰੂ ਦੇ ਲੜ ਲੱਗ ਸਕਣ, ਕਿਸੇ ਪਖੰਡੀਆਂ, ਕਿਸੇ ਪਰਮਾਂ ਵਿੱਚ ਪਾਉਣ ਵਾਲਿਆਂ, ਕਿਸੇ ਵਹਿਮੀਆਂ ਦੇ ਜਾਂ ਗੁਰੂ ਡਾਮ ਵਿੱਚ ਆ ਕੇ ਤੇਰੇ ਦਰ ਦਾ ਪੱਲਾ ਨਾ ਛੱਡ ਸਕਣ। ਹਮੇਸ਼ਾ ਸਾਨੂੰ ਇੱਥੋਂ ਸੱਚ ਦੀ ਅੱਖ ਲੈ ਕੇ ਜਾਣੀ ਚਾਹੀਦੀ ਹੈ, ਸਾਨੂੰ ਇੱਥੇ ਆ ਕੇ ਗੁਰੂ ਦੇ ਸੱਚੇ ਗੁਰੂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਇਹ ਸਾਡਾ ਹਰ ਸਿੱਖ ਦਾ ਜਿਹੜਾ ਅਕੀਦਾ ਹੋਣਾ ਚਾਹੀਦਾ। ਸਭ ਨੂੰ ਬਹੁਤ ਬਹੁਤ ਵਧਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਫਗਾਨਿਸਤਾਨ 'ਚ ਘੱਟ ਗਿਣਤੀ ਸਿੱਖਾਂ ਨੂੰ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ, ਜੇ ਕਮੇਟੀ ਵੱਲੋਂ ਉਹਨਾਂ ਦੇ ਗੁਰਤ ਸੇਵੇ ਲਈ ਕੀ ਕੁਝ ਕੀਤਾ ਜਾਊਗਾ? ਦੇਖੋ, ਅਸੀਂ ਪੂਰੇ ਪ੍ਰਬੰਧ ਕਰ ਲਏ ਆ। ਸਾਡੇ ਕੋਲ ਬਹੁਤ ਸਾਰੀਆਂ ਸਰਾਵਾਂ ਨੇ। ਸੁਲਤਾਨਪੁਰ ਲੋਧੀ ਸਾਡੀ ਨਵੀਂ ਸਰਾਂ ਬਣੀ ਹੈ, ਅਸੀਂ ਉੱਥੇ ਪੂਰਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਵੱਡੀ ਸਰਾਂ ਹੈ, ਅਟੈਚਡ ਬਾਥਰੂਮ ਨੇ, ਬੜੀ ਆਧੁਨਿਕ ਢੰਗ ਨਾਲ ਅਸੀਂ ਬਣਾਈ ਹੋਈ ਹੈ। ਸਾਡੇ ਕੋਲ ਖੁੱਲੀਆਂ ਥਾਵਾਂ ਨੇ, ਸਾਰਾ ਅਸੀਂ ਪ੍ਰਬੰਧ ਕਰਕੇ ਉਹਨਾਂ ਦਾ ਅਸੀਂ ਸੇਵਾ ਕਰਾਂਗੇ। ਔਰ ਜਦ ਤੱਕ ਉਹਨਾਂ ਦੇ ਆਪਣੇ ਵਸੇਬੇ ਨਹੀਂ ਹੋ ਸਕਦੇ ਉਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਥਾਂ ਦੇਣੀ ਪਵੇ, ਭਾਵੇਂ ਘਰ ਬਣਾ ਕੇ ਦੇਣੇ ਪੈਣ, ਭਾਵੇਂ ਉਹਨੂੰ ਖਾਣ ਪੀਣ ਦੀਆਂ ਰਸਤਾ ਬਸਤਾ ਦੇਣੀਆਂ ਪੈਣ, ਹਰ ਚੀਜ਼ ਦੀ ਸਹੂਲਤ ਜਿਹੜੀ ਆ ਉਹਨਾਂ ਨੂੰ ਦੇਵਾਂਗੇ ਵੀ ਅਤੇ ਪੈਰਾਂ 'ਤੇ ਵੀ ਖੜਾਂਗੇ ਅਤੇ ਉਹਨਾਂ ਨੂੰ ਰੁਜ਼ਗਾਰ ਵੀ ਜਿਹੜਾ ਉਹਨਾਂ ਨੂੰ ਅਸੀਂ ਦੇ ਕੇ ਆਪਣਾ ਫਰਜ਼ ਪੂਰੇ ਕਰਾਂਗੇ। ਭਾਰਤ ਸਰਕਾਰ ਨੂੰ ਅਸੀਂ ਵਿਦੇਸ਼ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ, ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖੀ ਹੈ, ਹੋਮ ਮਿਨਿਸਟਰ ਨੂੰ ਵੀ ਲਿਖੀ ਹੈ। ਪਰ ਕਿਉਂਕਿ ਮੈਂ ਇਹ ਗੱਲ ਜ਼ਰੂਰ ਕਹੀ ਹੈ ਕਿ ਜੇ ਸਿੱਖ ਆਉਣਾ ਚਾਹੁਣ, ਜੇ ਭਾਰਤੀ ਆਉਣਾ ਚਾਹੁਣ, ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿਉਂਕਿ ਉੱਥੇ ਹਾਲਾਤ ਕੀ ਨੇ ਇਹ ਉਹਨਾਂ ਨੇ ਵੇਖਣੇ। ਪਤਾ ਲੱਗਾ ਕੱਲ੍ਹ ਕਿ ਉੱਥੋਂ ਦੇ ਜਿਹੜੇ ਤਾਲਿਬਾਨੀ ਸੀ ਉਹ ਜਾ ਕੇ ਗੁਰਦੁਆਰਾ ਸਾਹਿਬ 'ਚ ਮਿਲ ਕੇ ਆਏ ਆ। ਉਹਨਾਂ ਨੇ ਕਿਹਾ ਸੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਕਰਦੇ, ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹੋ, ਆਪਣਾ ਬਿਜ਼ਨਸ ਕਰੋ। ਮੇਰਾ ਖਿਆਲ ਹੈ ਕਿ ਉਹ ਭਾਰਤੀ ਜਿਹੜੇ ਉੱਥੇ ਵਸਦੇ ਆ ਉਹਨਾਂ ਦੇ ਵਾਸਤੇ ਸ਼ਾਇਦ ਗੁਰੂ ਕਿਰਪਾ ਕਰੇ ਕੋਈ ਐਸੀ ਮੁਸ਼ਕਲ 'ਚ ਨਹੀਂ ਆਉਣ। ਪਰਮਾਤਮਾ ਦੀ ਅਰਦਾਸ ਹੈ ਜੇ ਕਿਤੇ ਲੋੜ ਪੈਂਦੀ ਹੈ ਉਹਨੂੰ ਖਤਰਾ ਮਹਿਸੂਸ ਹੁੰਦਾ ਤੇ ਅਸੀਂ ਭਾਰਤ ਸਰਕਾਰ ਨੂੰ ਲਿਖਿਆ ਕਿ ਖਤਰੇ ਵਿੱਚ ਨਾ ਰਹਿਣ, ਕੋਈ ਤਕਲੀਫ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ। ਉਹਨਾਂ ਨੂੰ ਜੇ ਭਾਰਤ ਲਿਆਂਦਾ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਹੂਲਤ ਜਿਹੜੀ ਹੈ ਉਹਨਾਂ ਨੂੰ ਦੇਣ ਵਾਸਤੇ ਤਿਆਰ ਹੈ। ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲੋਗੋ ਪਹਿਲਾਂ ਹੀ ਖੋਲ ਦਿੱਤਾ ਸੀ, ਪਰ ਹੁਣ ਭਾਰਤ ਸਰਕਾਰ ਨੂੰ ਲਿਖਤੀ ਰੂਪ ਵਿੱਚ ਉਹਨਾਂ ਨੇ ਸੂਚਿਤ ਕੀਤਾ ਹੈ ਦਿੱਲੀ ਸਥਿਤ ਮੈਸੇਜ ਕਿ ਇੱਕ ਪ੍ਰਪੋਜ਼ਲ ਬਣਾ ਕੇ ਇੱਥੇ ਕਿ ਰੋਜ਼ 300 ਸ਼ਰਧਾਲੂ ਜਿਹੜੇ ਆ ਉਹ ਦਰਸ਼ਨ ਕਰ ਸਕਣਗੇ। ਉਹਨਾਂ ਦੀ ਜਿਹੜੀ ਹੈ ਕਰੋਨਾ ਦੀ ਰਿਪੋਰਟ ਵੀ ਕੀਤੀ ਜਾਊਗੀ, ਪਰ 3 ਦਿਨ ਹੋ ਚੁੱਕੇ ਹਾਲੇ ਤੱਕ ਭਾਰਤ ਸਰਕਾਰ ਨੂੰ ਕੋਈ ਜਵਾਬ ਨਹੀਂ ਦਿੱਤਾ। ਅਸੀਂ ਵਾਰ-ਵਾਰ ਮੰਗ ਕਰਦੇ ਆ ਰਹੇ ਹਾਂ ਕਿ ਜਿਹੜਾ ਕਰਤਾਰਪੁਰ ਦਾ ਲਾਂਘਾ ਹੈ ਉਹ ਤੁਰੰਤ ਖੋਲ੍ਹਿਆ ਜਾਵੇ ਕਿਉਂਕਿ ਹੁਣ ਦੇ ਸਾਰੇ ਜੋੜ ਮੇਲੇ ਲੱਗ ਰਹੇ ਹੈ, ਸਕੂਲ ਲੱਗ ਰਹੇ ਹੈ, ਕਾਲਜ ਲੱਗ ਰਹੇ ਹੈ, ਹਸਪਤਾਲ ਖੁੱਲ੍ਹੇ ਹੈ, ਹਰ ਥਾਂ ਦੇ ਉੱਤੇ ਬਾਜ਼ਾਰ ਖੁੱਲ੍ਹੇ ਹੈ, ਸ਼ਹਿਰਾਂ ਦੇ ਵਿੱਚ ਬੜੀ ਵੱਡੀ ਭੀੜ ਹੈ। ਹੁਣ ਤੇ ਕੋਈ ਲੱਗਦਾ ਕਿ ਸਿੱਖ ਜਿਹੜੇ ਹੈ ਜਾਂ ਕੌਮ ਜਿਹੜੀ ਹੈ ਸੁਚੇਤ ਹੋ ਗਈ ਹੈ। ਹਰ ਬਸ਼ਰ ਜਿਹੜਾ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਲੱਗਾ ਹੋਇਆ। ਸੋ ਮੈਂ ਸਮਝਦੀ ਹਾਂ ਕਿ ਜੇ ਬਾਕੀ ਸਾਰੇ ਥਾਵਾਂ ਦੇ ਉੱਤੇ ਭੀੜਾਂ ਹੋ ਸਕਦੀਆਂ, ਗੁਰੂ ਦੇ ਘਰ ਵਿੱਚ ਜਾਣ ਵਾਸਤੇ ਸਾਨੂੰ ਕੋਈ ਚਿੰਤਾ ਵੀ ਨਹੀਂ ਹੁੰਦੀ। ਸ੍ਰੀ ਹਰਿਮੰਦਰ ਸਾਹਿਬ ਦੇਖ ਲਓ, ਇਸ ਗੁਰਦੁਆਰਾ ਸਾਹਿਬ 'ਚ ਦੇਖ ਲਓ, ਲੱਖਾਂ ਲੋਕ ਆਉਂਦੇ ਆ, ਲੱਖਾਂ ਸੰਗਤਾਂ ਸ਼ਰਧਾ ਲੈ ਕੇ ਆਉਂਦੀਆਂ। ਕਿਸੇ ਨੇ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਸਾਨੂੰ ਇੱਥੇ ਕੋਈ ਪਰੇਸ਼ਾਨੀ ਆਏਗੀ। ਸੋ ਬਾਰ-ਬਾਰ ਕਿਹਾ ਸੀ ਜੇ ਉਹਨਾਂ ਨੇ ਇਹ ਮਨ ਬਣਾਇਆ ਤੇ ਉਹ ਜਲਦੀ ਲਾਗੂ ਕਰਨਾ ਚਾਹੀਦਾ ਤਾਂ ਜੋ ਸਿੱਖ ਕੌਮ ਦੀ ਭਾਵਨਾ ਜਿਹੜੀ ਹੈ ਬਹੁਤ ਵੱਡੀ ਪੀੜਤ ਹੋਈ ਜਦੋਂ ਬੰਦ ਕੀਤਾ ਗਿਆ ਉਹਨੂੰ ਦੁਬਾਰਾ ਖੋਲ੍ਹਿਆ ਜਾਵੇ। ਮੈਂ ਤੇ ਇਹ ਵੀ ਕਹਿ ਦਿੱਤਾ ਸੀਗਾ, ਇਹ ਵੀ ਚਿੱਠੀ ਲਿਖੀ ਹੈ ਕਿ ਕੋਸ਼ਿਸ਼ ਕਰੋ ਕਿ ਨਨਕਾਣਾ ਸਾਹਿਬ ਨੂੰ ਵੀ ਖੋਲ੍ਹ ਦਿੱਤਾ ਜਾਵੇ ਕਿਉਂਕਿ ਸਿੱਖਾਂ ਨੇ ਤੇ ਹਮੇਸ਼ਾ ਅਰਦਾਸਾਂ ਹੀ ਕੀਤੀਆਂ ਕਿ ਸਾਡੇ ਜੋ ਵਿਛੜੇ ਹੈ ਗੁਰਦੁਆਰੇ, ਜੋ ਸਾਡੇ ਗੁਰਧਾਮ ਸਾਡੇ ਤੋਂ ਵਿਛੜ ਗਏ ਹੈ, ਉਹ ਅੱਜ ਉੱਥੇ ਬਹੁਤ ਸਾਰੇ ਬੰਦ ਪਏ ਹੈ, ਉਹ ਖੁੱਲ੍ਹ ਸਕਣ, ਸਿੱਖ ਸੰਗਤਾਂ ਜਾ ਕੇ ਖੁੱਲ੍ਹੇ ਦਰਸ਼ਨ ਕਰ ਸਕਣ। ਅਰਦਾਸ ਅਸੀਂ ਨਿੱਤ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੋ ਗੁਰਧਾਮ ਸਾਡੇ ਕੋਲੋਂ ਵਿਛੜੇ, ਜੋ ਗੁਰਦੁਆਰੇ ਸਾਡੇ ਕੋਲ ਵਿਛੜੇ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਲਾਸਟ ਵਾਰ ਜੀ ਆਸਟ੍ਰੇਲੀਆ ਦੇ ਗ੍ਰਾਂਟ ਭਰੀ ਖਬਰ ਆਈ ਕਿ ਸਿੱਖ ਬੱਚਿਆਂ ਨੂੰ ਕਰਤਾਰ ਕਰਨ ਦੀ ਆਗਿਆ ਦਿੱਤੀ ਗਈ। ਬਹੁਤ ਚੰਗੀ ਗੱਲ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹਨਾਂ ਨੇ ਆਵਾਜ਼ ਮਾਰੀ ਸੀ, ਅਸੀਂ ਵੀ ਉਹਨਾਂ ਨੂੰ ਲਿਖ ਕੇ ਵੀ ਭੇਜਿਆ, ਨਾਲ ਸਹਿਯੋਗ ਵੀ ਦਿੱਤਾ। ਪਰ ਮੈਂ ਧੰਨਵਾਦੀ ਹਾਂ ਉੱਥੋਂ ਦੇ ਸਿੱਖ ਜਥੇਬੰਦੀਆਂ ਦੀ, ਉੱਥੋਂ ਦੇ ਗੁਰਦੁਆਰਾ ਕਮੇਟੀਆਂ ਦੀ ਜਿਨ੍ਹਾਂ ਨੇ ਬਹੁਤ ਜੱਦੋਜਹਿਦ ਕੀਤੀ ਹੈ ਔਰ ਭਾਵੇਂ ਉਹਨਾਂ ਨੂੰ ਉੱਥੇ ਖੁੱਲ੍ਹ ਦਿੱਤੀ ਹੈ, ਭਾਵੇਂ ਕੋਈ ਸ਼ਰਤਾਂ ਵੀ ਲਾਈਆਂ ਗਈਆਂ ਹਨ, ਪਰ ਬੱਚਿਆਂ ਦੇ ਵਿੱਚ ਜੇ ਸ਼ਰਤ ਲਾਈ ਹੈ ਅੱਜ ਸ਼ਰਤ ਨਾਲ ਪਾਉਣਗੇ ਭਾਵੇਂ ਉਹ ਖੁੱਲ੍ਹੇਆਮ ਪਾਉਣਗੇ, ਇਸ ਗੱਲ ਦੀ ਤਸੱਲੀ ਹੈ।